परम सत्कारयोग गुरु रूप गुरु प्यारी साध संगत जीओ, फतेह प्रवान करो जी। वाहिगुरु जी का खालसा, वाहिगुरु जी की फतेह। गुरमुख प्यारिओ, वो परमात्मा वाहिगुरु की किरपा दे नाल, सतगुरु के ओट आसरे दे नाल आपां पिछले कई दिनों तो गुरमत दीआं विचारां दे नाल जुड़े होए आ। रल मिल के आपां गुरसिੱਖੀ ਨੂੰ, सिੱਖी की है, गुरसिੱਖ किवें बनिया जांदा, गुरमुख की हुंदा, इन्हां गल्लां नूं समझण दी कोशिश कर रहे हाँ। पहिलां आपां समझिया धर्म की है, धर्म दी क्यों मनुख नूं लोड़ आ। फिर आपां समझिया जीवन मनोरथ की आ, मनुख दा क्यों आया, की करन आया, की वो काम करदा कि नहीं करदा। अज आपां समझांगे भी सिख धर्म दे विच आपां नूं ये समझाया गया सी कि आत्मा ते परमात्मा दा मिलाप होण तो बाद जीवन मनुख दा सुखी हो जांदा। वो परमात्मा अकाल पुरख वाहिगुरू जी तो जीव विछड़ जांदा, जिहड़ा विछोड़ा ये अंदर ही पै जांदा। वो परमात्मा की है, ਉਹਦੀ ਹੋਂਦ ਕੀ ਹੈ, ਉਹਦੀ ਹਸਤੀ ਕੀ ਹੈ। ਸਮੇਂ ਸਮੇਂ ਦੇ ਮੁਤਾਬਕ ਗੁਰੂਆਂ, ਪੀਰਾਂ ਤੇ ਸਤਪੁਰਸ਼ਾਂ ਨੇ ਉਹ ਪਰਮਾਤਮਾ ਦੀ ਹਸਤੀ ਤੇ ਹੋਂਦ ਦੇ ਬਾਰੇ ਵੱਖ-ਵੱਖ ਜਾਣਕਾਰੀ ਦਿੱਤੀ ਹੈ। ਗੁਰਮਤਿ ਦੇ ਮੁਤਾਬਕ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਗੁਰਬਾਣੀ ਦੇ ਵਿੱਚ ਉਹ ਪਰਮਾਤਮਾ ਅਕਾਲ ਪੁਰਖ ਬਾਰੇ ਕੀ ਸਮਝਾਉਂਦੇ ਹਨ, ਇਹ ਆਪਾਂ ਅੱਜ ਸਮਝਣ ਦਾ ਯਤਨ ਕਰਾਂਗੇ। ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਮੂਲ ਮੰਤਰ ਦੀ ਬਖਸ਼ਿਸ਼ ਕੀਤੀ ਹੈ। ਗੁਰਮੁਖ ਪਿਆਰਿਓ, ਮੂਲ ਮੰਤਰ ਦੇ ਵਿੱਚ ਹੀ ਸਾਰਾ ਸਿਧਾਂਤ ਆ ਜਿਹੜਾ ਗੁਰਮਤਿ ਦਾ ਉਹ ਛੁਪਿਆ ਹੋਇਆ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਨੂੰ ਉਹ ਹਸਤੀ ਜਿਹੜੀ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਆ, ਜਿਹਦੀ ਪਹੁੰਚ ਜਿੱਥੇ ਤੱਕ ਮਨੁੱਖ ਦੀ ਗੁਰੂ ਤੋਂ ਬਿਨਾਂ ਨਹੀਂ ਹੋ ਸਕਦੀ, ਉਹ ਕਣ ਕਣ ਦੇ ਵਿੱਚ ਪ੍ਰਮਾਤਮਾ ਅਕਾਲ ਪੁਰਖ ਸਮਾਏ ਹੋਏ ਹਨ, ਇੱਕ ਰਸ ਵਿਆਪਕ ਹਨ। ਉਹਨਾਂ ਬਾਰੇ ਮੂਲ ਮੰਤਰ ਦੇ ਵਿੱਚ ਫਰਮਾਨ ਕੀਤਾ ਗੁਰੂ ਨਾਨਕ ਬਾਬਾ ਜੀ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਮਝਣ ਦਾ ਯਤਨ ਕਰੀਏ। ਗੁਰਮੁਖ ਪਿਆਰਿਓ, ਇੱਕ ਓੰਕਾਰ, ਉਹ परमात्मा अकाल पुरख वाहिगुरु अल्लाह बीठल गॉड सुप्रीम पावर एक आ। एक ओंकार, ਉਹਦੀ ਕਾਰ ਆ, ਉਹਦੀ ਹਸਤੀ ਆ, ਉਹਦੀ ਹੋਂਦ ਆ, ਉਹਦੀ ਕਿਰਪਾ, ਉਹਦੇ ਨਿਯਮ ਆ, ਉਹਦੇ ਮੁਤਾਬਕ ਹੀ ਸਾਰੇ ਖੰਡ ਬ੍ਰਹਿਮੰਡ ਬਣੇ ਤੇ ਬਣਦੇ ਜਾ ਰਹੇ ਆ। ਪੁਰਾਣਾ ਖਤਮ ਹੁੰਦਾ ਜਾ ਰਿਹਾ, ਨਵਾਂ ਬਣਦਾ ਜਾ ਰਿਹਾ। ਉਹ ਇੱਕ ਦੀ ਹੋਂਦ ਹੀ ਸਾਰੇ ਜੀਵਨ ਦੀ ਰੌਂ ਨੂੰ, ਸਾਰੀ ਪ੍ਰਕਿਰਤੀ ਨੂੰ ਚਲਾ ਰਹੀ ਹੈ। ਸਤਨਾਮ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਉਹਦੀ ਹੋਂਦ, ਉਹਦੀ ਹਸਤੀ ਸਤ ਹੈ, ਸੱਚ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ भी सच। मनुख का मिलाप वो परमात्मा अकाल पुरख वाहिगुरू नाल क्यों नहीं हुंदा? क्योंकि मनुख दे अंदर झूठ तूफान आ जांदा, अंदरों जिहड़ी आ मैल मन नूं लग जांदी है ते परमात्मा सच दा रूप गुरु दी लोड़ तां पैंदी है। ते गुरु आ जिहड़ा, जां कह लईए गुरबाणी मां, ये सवार दिंदी है, सच दी मूरत मनुख नूं, मनुख दे मन नूं बना दिंदी है। मनुख सच्चा हो के सच्चे परमात्मा दे नाल ही मिल सकता है। उहदा नाम सत्या वाला है, सच है। करता पुरख, वो परमात्मा अकाल पुरख वाहिगुरू खंडां ब्रह्मंडां नूं बनाउण वाला है। सारियां जीव इस्त्रियां, असी चाहे मनुख हां ते चाहे इस्त्रियां, पर अंदरों असी जीव इस्त्रियां, असी रूहां। वो परमात्मा
ਸਾਡਾ ਪਤੀ ਹੈ, ਪੁਰਖ ਆ, ਤੇ ਉਹ ਕ੍ਰੀਏਟਿਵ ਕੰਮ ਕਰਨ ਵਾਲਾ, ਨਿਤ ਨਵਾਂ ਸਾਹਿਬ ਮੇਰਾ ਨੀਤ ਨਵਾਂ, ਨਵੇਂ ਫੁੱਲ ਖਿੜਦੇ ਆ, ਪੁਰਾਣੇ ਖਤਮ ਹੋਈ ਜਾਂਦੇ ਆ। ਉਹ ਪ੍ਰਮਾਤਮਾ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ। ਸਾਰੇ ਕਾਸੇ ਦਾ ਕਰਤਾ ਪੁਰਖ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਏਕਾ ਪੁਰਖ ਸੁਬਾਈ ਨਾਰ, ਅਸੀਂ ਸਾਰੀਆਂ ਜੀਵ ਇਸਤਰੀਆਂ ਹਾਂ। ਨਿਰਭਉ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਦਾ ਡਰ ਨਹੀਂ ਹੈ। ਨਿਰਭਉ ਮੂਰਤਾ। ਨਿਰਵੈਰ ਉਹ ਪ੍ਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਹੈ। ਕੋਈ ਬਰਾਬਰ ਦਾ ਭਉ ਕਦੋਂ ਪੈਦਾ ਹੁੰਦਾ? ਕੋਈ ਕੁਰਸੀ ਦੇ ਮੇਰੀ ਦੇ ਬਰਾਬਰ ਨੇੜ ਤੇੜ ਆਉਣ ਲੱਗ ਜੇ ਤਾਂ ਬੰਦੇ ਨੂੰ ਭਉ ਪੈਦਾ ਹੋ ਜਾਂਦਾ, ਮੇਰੀ ਕੁਰਸੀ ਨਾ ਨਿਕਲ ਜਾਵੇ, ਕੁਰਸੀ ਨਾ ਚਲੀ ਜਾਵੇ, ਮੇਰੀ ਪਦਵੀ ਨਾ ਛਿਨ ਜਾਵੇ। ਪਰ ਉਹ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੇ ਬਰਾਬਰ ਕੋਈ ਹੈ ਹੀ ਨਹੀਂ, ਕੋਈ ਦੂਜਾ ਹੈ ਹੀ ਨਹੀਂ। ਇਸ ਕਰਕੇ ਉਹ ਨਿਰਭਉ ਤੇ ਨਿਰਵੈਰ ਆ, ਸਾਡੇ ਸਾਰਿਆਂ ਦੇ ਪਿਤਾ ਜੀ ਆ। ਇਹ ਗਲਤ ਆ, ਕਈ ਵਾਰੀ ਅਸੀਂ ਰੱਬ ਨੂੰ ਨਿਰਦੋਸ਼ ਨੂੰ ਦੋਸ਼ ਦੇ ਕੇ ਅਸੀਂ ਐਵੇਂ ਦੋਸ਼ੀ ਬਣ ਜਾਂਦੇ ਆ। ਉਹ ਸਾਡੇ ਨਾਲ ਬੈਰ ਨਹੀਂ ਕਰਦਾ, ਰੱਬ ਨਾ ਕਿਸੇ ਦਾ ਬੈਰੀ, ਤੇ ਬੈਰੀ ਤੇਰੇ ਐਬ ਬੰਦੇ ਆ। ਗਲਤੀ ਸਾਡੀ ਹੀ ਹੁੰਦੀ ਆ, ਉਹ ਪ੍ਰਮਾਤਮਾ ਦੀ ਗਲਤੀ ਨਹੀਂ। ਬਾਪ ਕਦੇ ਵੀ ਪੁੱਤ ਨੂੰ ਵਿਗੜਿਆ ਹੋਇਆ ਦੇਖਣਾ ਨਹੀਂ ਚਾਹੁੰਦਾ। ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਿਰਭਉ ਤੇ ਨਿਰਵੈਰ ਹਨ ਜੀ। ਅਕਾਲ ਮੂਰਤ ਉਹ ਪ੍ਰਮਾਤਮਾ ਦੀ ਹਸਤੀ, ਉਹਦੀ ਹੋਂਦ ਅਕਾਲ ਆ, ਕਾਲ ਤੋਂ ਪਰੇ ਆ। ਦੇਖੋ ਸਿੱਖ ਹੋਣ ਦੇ ਨਾਤੇ ਸਿੱਖਦੇ ਰਹਿਣਾ ਜ਼ਰੂਰੀ ਆ। ਹਰ ਬੰਦਾ ਸਿੱਖਦਾ। ਮੈਨੂੰ ਬੱਚਿਆਂ ਨੂੰ ਐਂ ਲੱਗਦਾ ਕਿ ਅਸੀਂ ਐਂ ਬਈ ਮੈਨੂੰ ਮੇਰਾ ਸਤਿਕਾਰ ਕਰਦੇ ਆ, ਬਈ ਮਖਾਨੀ ਇਹ ਤੋਂ ਸਿੱਖਦੇ ਆ। ਪਰ ਨਹੀਂ, ਅਸੀਂ ਰਲ ਮਿਲ ਕੇ ਸਾਰੇ ਸਿੱਖਦੇ ਆ। ਹਲੇ ਵੀ ਸਿੱਖਦੇ ਆ। ਕਿਵੇਂ? ਉਹ ਅਕਾਲ ਦੀ ਜਿਹੜੀ ਗੱਲ ਆ, ਅਕਾਲ ਦੀ ਗੱਲ ਕਾਲ ਦੇ ਵਿੱਚ ਨਹੀਂ ਹੋ ਸਕਦੀ, ਸਮੇਂ ਦੀ ਪਾਬੰਦੀ ਦੇ ਵਿੱਚ ਨਹੀਂ ਹੋ ਸਕਦੀ। ਪਰ ਸਮੇਂ ਦੇ ਵਿੱਚ ਰਹਿਣਾ ਵੀ ਬਹੁਤ ਜ਼ਰੂਰੀ ਹੈ। ਇਸ ਕਰਕੇ ਅਸੀਂ ਜਿਹੜੀ ਵੱਡੀ ਗੱਲ ਨੂੰ, ਮੈਂ ਵੀ ਆਪਣੇ ਆਪ 'ਤੇ ਕੰਮ ਕਰ ਰਿਹਾ। ਮੈਂ ਮੇਰਾ ਮਨ ਆ, ਮੇਰਾ ਸੁਭਾਅ ਵਿਸਥਾਰ ਜ਼ਿਆਦਾ ਕਰਨਾ। ਮੈਂ ਵੀ ਸੰਕੋਚ ਰਿਹਾ ਕਿ 20 ਮਿੰਟ ਦੇ ਵਿੱਚ ਹੀ ਸਾਡੀ ਗੱਲ ਪੂਰੀ ਹੋ ਜਾਵੇ। ਭਾਵ ਇਹ ਬੱਚਿਆਂ ਤੋਂ ਮੈਂ ਸਿੱਖ ਰਿਹਾ, ਸਾਰੀ ਉਮਰ ਸਿੱਖਦੇ ਰਹਿਣਾ। ਪਰ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਕਾਲ ਦੇ ਵਿੱਚ ਨਹੀਂ ਹੈ। ਸਾਰੀ ਦੁਨੀਆ ਦੇ ਸਿਰ 'ਤੇ ਕਾਲ ਆ, ਕਾਲ ਮੰਡਰਾ ਰਿਹਾ। ਕੇਵਲ ਤੇ ਕੇਵਲ ਉਹ ਪ੍ਰਮਾਤਮਾ ਅਕਾਲ ਹਨ। ਉਹਨਾਂ ਦੀ ਮੂਰਤ, ਉਹਨਾਂ ਦੀ ਹਸਤੀ ਹੋਂਦ, ਸਮੇਂ ਦਾ ਅਸਰ ਨਹੀਂ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ 'ਤੇ। ਅਜੂਨੀ ਫਿਰ ਉਹ ਜੂਨਾਂ ਦੇ ਵਿੱਚ ਨਹੀਂ ਆਉਂਦੇ। ਦੇਖੋ ਗੁਰਮੁਖ ਪਿਆਰਿਓ, ਜਿਹੜਾ ਵੀ ਜੋ ਵੀ ਜੰਮਿਆ ਉਹ ਇੱਕ ਨਾ ਇੱਕ ਦਿਨ ਮਰੇਗਾ, ਖਤਮ ਹੋਵੇਗਾ। ਉਹ ਪ੍ਰਮਾਤਮਾ ਅਕਾਲ ਪੁਰਖ ਕਿਉਂਕਿ ਮਨੁੱਖ ਨਹੀਂ ਹੈ, ਉਹ ਸੁਪਰੀਮ ਪਾਵਰ ਆ, ਉਹ ਪ੍ਰਮਾਤਮਾ ਦੇ ਨਿਯਮ ਆ। ਉਹ ਜੰਮੇ ਹੋਏ ਨਹੀਂ, ਜੂਨਾਂ ਦੇ ਵਿੱਚ ਨਹੀਂ ਹੈ, ਅਜੂਨੀ ਹੈ ਜੀ। ਜੇ ਅਜੂਨੀ ਹੈ ਫਿਰ ਕਿਸ ਤਰ੍ਹਾਂ ਹੈ? ਸੈ ਭੰ ਉਹ ਆਪਣੇ ਆਪ ਤੋਂ ਸੁਤੇ ਪ੍ਰਕਾਸ਼ ਹੈ। ਗੁਰ ਪ੍ਰਸਾਦ ਐਸੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਦੀ ਕਿਰਪਾ ਦੇ ਨਾਲ, ਗੁਰ ਪ੍ਰਸਾਦ ਹੁੰਦਾ ਗੁਰੂ ਦੀ ਕਿਰਪਾ ਦੇ ਨਾਲ। ਜਿਵੇਂ ਅਸੀਂ ਗੁਰੂ ਘਰ ਦੇ ਵਿੱਚ ਜਾਂਦੇ ਹਾਂ, ਬਾਹਰੋਂ ਜਿਹੜਾ ਹੈ ਕਿਣਕਾ ਕਿਣਕਾ ਪ੍ਰਸ਼ਾਦ ਵਰਤਾਇਆ ਜਾਂਦਾ। ਜਿਹੜੇ ਆ ਕੇ ਬੈਠ ਜਾਂਦੇ ਆ ਗੁਰੂ ਘਰ ਦੇ ਵਿੱਚ, ਹਾਜ਼ਰੀ ਭਰਦੇ ਆ, ਉਹਨਾਂ ਨੂੰ ਕਿਣਕਾ ਕਿਣਕਾ ਪ੍ਰਸ਼ਾਦ ਮਿਲ ਜਾਂਦਾ। ਇਸੇ ਤਰ੍ਹਾਂ ਇਹ ਸ਼ਬਦ ਦਾ, ਗਿਆਨ ਦਾ ਪ੍ਰਸ਼ਾਦ ਅਸੀਂ ਲੈਣਾ। ਗੁਰੂ ਜੀ ਦੇ ਕੋਲ ਬੈਠ ਕੇ ਸਤਸੰਗ ਕਰਕੇ ਇਹ ਅੰਦਰਲਾ ਗਿਆਨ ਪ੍ਰਸ਼ਾਦ, ਗੁਰ ਪ੍ਰਸਾਦ ਪ੍ਰਾਪਤ ਕਰਕੇ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਅੰਦਰੋਂ ਹੀ ਪਾਇਆ ਜਾ ਸਕਦਾ ਹੈ। ਕਿੱਥੇ ਰਹਿੰਦੇ ਆ ਪ੍ਰਮਾਤਮਾ ਵਾਹਿਗੁਰੂ? ਧਨ ਫਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਬਸ ਹਉਮੈ ਕੱਢਣ ਦੀ ਲੋੜ ਆ। ਇਹ ਜਿਹੜੀ ਗੁਰਮਤਿ ਦੀ ਜੁਗਤੀ ਹੈ, ਹਉਮੈ ਨਿਕਲਣੀ ਹੈ, ਉਹ ਵੀ ਤਰੀਕਾ ਦੱਸਿਆ ਗਿਆ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਹੇ। ਸ਼ਬਦ ਦੇ ਰਾਹੀਂ ਕਮਾਈ ਕਰਕੇ, ਭਾਵ ਸ਼ਬਦ ਦੇ ਰਾਹੀਂ ਜਾਣ ਕੇ, ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਜਾਣ ਕੇ
ਅਸੀਂ ਅੰਦਰੋਂ ਆਨੰਦਿਤ ਹੋ ਸਕਦੇ ਹਾਂ। ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਹੋ ਸਕਦਾ। ਮਨੁੱਖ ਦੇ ਔਗਣ ਖਤਮ ਹੋ ਕੇ ਮਨੁੱਖ ਗੁਣੀ ਹੋ ਸਕਦਾ। ਮਨੁੱਖ ਪਸ਼ੂ ਬਿਰਤੀ ਤੋਂ ਦੇਵਤਾ ਬਿਰਤੀ ਬਣ ਸਕਦਾ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਸੁਭਾਅ ਨੇ ਬਦਲਣਾ, ਅੰਦਰੋਂ ਮਨੁੱਖ ਨੇ ਬਦਲਣਾ। ਮਨਮੁਖ ਤੇ ਗੁਰਮੁਖ ਦਾ ਫਰਕ ਇਹੀ ਹੈ ਬਈ ਅੰਦਰੋਂ ਗੁਣਾ ਵਾਲਾ ਹੋ ਜਾਣਾ, ਔਗਣ ਖਤਮ ਹੋ ਜਾਣੇ। ਜਿਹੜਾ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਗਿਆ, ਸੁਜਾਤੀ ਮੇਲ ਤੇ ਵਿਜਾਤੀ ਮੇਲ ਹੁੰਦਾ ਭਾਈ। ਜਿਵੇਂ ਪਾਣੀ ਦੇ ਵਿੱਚ ਸਮਾ ਜਾਂਦਾ, ਦੁੱਧ ਦੇ ਵਿੱਚ ਸਮਾ ਜਾਂਦਾ। ਪਾਣੀ ਦੇ ਵਿੱਚ ਪੱਥਰ ਨਹੀਂ ਸਮਾ ਸਕਦਾ ਜਿੰਨਾ ਚਿਰ ਮਰਜੀ ਪਿਆ ਰਹੇ। ਇਸ ਕਰਕੇ ਇਹ ਜੀਵ, ਇਹ ਪ੍ਰਾਣੀ, ਅਸੀਂ ਸਾਰੇ ਪਰਮਾਤਮਾ 'ਚ ਸਮਾ ਸਕਦੇ ਹਾਂ ਜੇ ਕਿਤੇ ਸੱਚ ਦੀ ਮੂਰਤ ਬਣ ਜਾਈਏ, ਸੱਚ ਨਾਲ ਜੁੜ ਜਾਈਏ, ਗੁਰਬਾਣੀ ਨਾਲ ਜੁੜ ਜਾਈਏ, ਤੇ ਫਿਰ ਅਸੀਂ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸਮਾ ਸਕਦੇ ਹਾਂ। ਇਹ ਮਨੁੱਖ ਨੇ ਆਪਣਾ ਕੰਮ ਆਪੇ ਹੀ ਕਰਨਾ, ਆਪਣ ਹੱਥੀਂ ਆਪੇ ਹੀ ਕਾਜ ਸਵਾਰੀ ਹੈ। ਇਹ ਕਾਰਜ ਕਰਨਾ, ਪਰ ਨਾਲ ਹੀ ਗੁਰੂ ਬਾਬਾ ਜੀ ਸਮਝਾ ਰਹੇ ਹਨ, ਮਨੁੱਖ ਇਹ ਕਾਰਜ ਭੁੱਲ ਜਾਂਦਾ, ਕੁਫੱਕੜੇ ਕੰਮਾਂ ਤੇ ਲੱਗ ਜਾਂਦਾ। ਤੇ ਨਾਲ ਹੀ ਸਾਨੂੰ ਸਮਝਾਇਆ ਗਿਆ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫੱਕੜੇ ਸਭ ਮੁਕਦੀ ਚੱਲੀ ਰਹਿਣ। ਹੇ ਪ੍ਰਾਣੀ, ਤੂੰ ਕੁਫੱਕੜੇ ਕੰਮਾਂ ਤੇ ਲੱਗਿਆ। ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕਰ, ਆਪਣੇ ਆਪ ਤੇ ਕੰਮ ਕਰਨ ਦੀ ਕੋਸ਼ਿਸ਼ ਕਰ, ਆਪਣੇ ਆਪ ਨੂੰ ਸਵਾਰਨ ਦੀ ਕੋਸ਼ਿਸ਼ ਕਰ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਸਾਰੀਆਂ ਲੱਕੜਾਂ ਦੇ ਵਿੱਚ ਅੱਗ ਹੁੰਦੀ ਹੈ, ਸਾਰੇ ਦੁੱਧਾਂ ਦੇ ਵਿੱਚ ਘਿਓ ਹੁੰਦਾ, ਪਰ ਬਾਹਰੋਂ ਅੱਗ ਨੂੰ ਲਾਉਣ ਵਾਸਤੇ, ਅੰਦਰੋਂ ਲੱਕੜ ਦੇ ਵਿੱਚੋਂ ਪ੍ਰਗਟ ਕਰਨ ਵਾਸਤੇ ਬਾਹਰੋਂ ਅੱਗ ਲਾਉਣੀ ਪੈਂਦੀ ਹੈ। ਘਿਓ ਕੱਢਣ ਵਾਸਤੇ ਦੁੱਧ ਦੇ ਵਿੱਚੋਂ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਘਟ ਘਟ ਮਾਧੋ ਜੀ ਆ, ਸਾਡੇ ਸਾਰਿਆਂ ਦੇ ਅੰਦਰ ਪ੍ਰਮਾਤਮਾ ਦੀ ਜੋਤ ਆ। ਅਸੀਂ ਦੇਵਤੇ ਬਣ ਸਕਦੇ ਹਾਂ, ਅਸੀਂ ਮੁਕਤ ਹੋ ਸਕਦੇ ਹਾਂ, ਅਸੀਂ ਆਨੰਦਿਤ ਜੀਵਨ ਬਤੀਤ ਕਰ ਸਕਦੇ ਹਾਂ, ਅਸੀਂ ਚੌਥੇ ਪਦ ਦੇ ਵਾਸੀ ਹੋ ਸਕਦੇ ਹਾਂ, ਅਸੀਂ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਕਰਾ ਸਕਦੇ ਹਾਂ। ਸ਼ਰਤ ਇਹ ਹੈ ਕਿ ਆਪਣੇ ਆਪ ਵਾਸਤੇ ਸਮਾਂ ਕੱਢੀਏ। ਸਭ ਤੋਂ ਵੱਧ ਜ਼ਰੂਰੀ ਇਹ ਕੰਮ ਆ ਜਿਹੜਾ ਮਨੁੱਖ ਭੁੱਲਿਆ ਹੋਇਆ। ਗੁਰਬਾਣੀ ਦਾ ਫਰਮਾਨ ਆ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਜਿਤ ਆਹਰ ਜਗ ਉਧਰੈ, ਬਿਰਲਾ ਬੂਝੈ ਕੋਈ। ਆਹ ਸਭ ਤੋਂ ਵੱਡਾ ਆਹਾਰ ਆ। ਗੁਰਬਾਣੀ ਨਾਲ ਜੁੜੋ। ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਜਿਹੜਾ ਹੈ ਕਿਸੇ ਵੀ ਤਰ੍ਹਾਂ ਦੇ ਨਾਲ, ਕਿਸੇ ਵੀ ਢੰਗ ਦੇ ਨਾਲ ਅਸੀਂ ਕਰ ਸਕਦੇ ਹਾਂ ਕੁਝ, ਤਾਂ ਆਪਣੇ ਆਪ ਨੂੰ ਧੰਨ ਭਾਗੀ ਸਮਝਾਂਗੇ। ਸੋ ਅਸੀਂ ਇਹ ਗੁਰਮਤਿ ਵਿਦਿਆਲੇ ਪਿੰਡ ਅਖਾੜੇ ਤੋਂ ਇਹ ਛੋਟੀ ਜੀ ਸ਼ੁਰੂਆਤ ਕੀਤੀ ਹੈ, ਵਾਹਿਗੁਰੂ ਦੀ ਕਿਰਪਾ ਦੇ ਨਾਲ, ਸੰਗਤ ਦੇ ਪਿਆਰ ਦੇ ਨਾਲ। ਸੋ ਸਾਨੂੰ ਇਹ ਪਿਆਰ ਦੇਣ ਦੀ ਕਿਰਪਾਲਤਾ ਕਰਨੀ, ਸੁਣਨ ਦੀ ਕਿਰਪਾਲਤਾ ਕਰਨੀ। ਆਪਣੇ ਕੀਮਤੀ ਸਮੇਂ 'ਚੋਂ 20 ਮਿੰਟ ਸਮਾਂ ਕੱਢ ਕੇ ਹਰ ਰੋਜ਼ ਇਹ ਸੁਣਨ ਦੀ ਕਿਰਪਾਲਤਾ ਕਰਨੀ। ਇੱਕ ਇੱਕ ਪੌੜੀ ਸਾਡੀ ਸੁਰਤ ਆ ਜਿਹੜੀ ਚੜ੍ਹਦੀ ਜਾਵੇਗੀ। ਅਸੀਂ ਆਪਣੀ ਕੋਸ਼ਿਸ਼ ਪੂਰੀ ਕਰਾਂਗੇ। ਤੁਸੀਂ ਬਸ ਇਹ ਹੈ ਵੀ ਸੁਣਨਾ, ਬੈਠ ਕੇ ਟਿਕਾ ਦੇ ਨਾਲ ਵੱਧ ਤੋਂ ਵੱਧ, ਬਈ ਗੁਰਮਤਿ ਦੇ ਮੁਤਾਬਕ ਉਹ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਬਸ ਇਹ ਮਿਹਨਤ ਹੀ ਕੰਮ ਕਰੇਗੀ। ਮਿਹਨਤ ਤੋਂ ਬਿਨਾਂ, ਪ੍ਰੈਕਟਿਸ ਤੋਂ ਬਿਨਾਂ, ਤੇ ਜਿਹੜਾ ਸਮਾਂ ਦੇਣ ਤੋਂ ਬਿਨਾਂ ਕੋਈ ਕਾਰਜ ਨਹੀਂ ਹੁੰਦਾ। ਗੁਰਮੁਖ ਪਿਆਰਿਓ, ਅਸੀਂ ਇੱਥੇ ਜਦੋਂ ਗੁਣ ਆ ਗਏ, ਸਾਡੇ ਅੰਦਰੋਂ ਔਗਣ ਖਤਮ ਹੋ ਗਏ। ਕਿਉਂਕਿ ਸੰਗਤ ਦੇ ਵਿੱਚੋਂ ਕੀ ਪ੍ਰਾਪਤ ਹੁੰਦੇ ਆ? ਗੁਣ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਫਿਰ ਅਸੀਂ ਇਹ ਮੂਲ ਮੰਤਰ ਨੂੰ ਸਮਝ ਆਵਾਂਗੇ। ਇਹ ਮੂਲ ਮੰਤਰ ਦੀ ਵਿਚਾਰ ਸਾਡੇ ਅੰਦਰ ਧਸ ਜਾਵੇਗੀ। ਗੁਰਬਾਣੀ ਦੇ ਰਾਹੀਂ ਉਹ ਅਕਾਲ ਪੁਰਖ ਪਰਮਾਤਮਾ ਜੀ ਸਾਡੇ ਅੰਦਰ ਪ੍ਰਗਟ ਹੋ ਜਾਣਗੇ ਤੇ ਸਾਡੇ ਵਿੱਚ ਫਿਰ ਇਹ ਗੁਣ ਆ ਜਾਣਗੇ। ਜਿਵੇਂ ਪਹਿਲਾ ਗੁਣ ਆ ਇੱਕ ਓੰਕਾਰ। ਉਹ ਮਨੁੱਖ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਗਿਆ, ਇੱਕ ਓੰਕਾਰ ਦੇ ਨਾਲ ਜੁੜ ਗਿਆ, ਉਹ ਦਵੈਤ ਭਾਵ ਨਹੀਂ ਕਰੇਗਾ। ਉਹ ਪਹੁੰਚ ਜਾਏਗਾ। ਪਹੁੰਚਿਆ ਹੈ ਮਨੁੱਖ ਕੀ ਕਹੇਗਾ? ਅੱਵਲ ਅੱਲਾ ਨੂਰ ਅਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ,
ਕੌਣ ਭਲੇ ਕੋ ਮੰਦੇ। ਐ ਮਨੁੱਖ, ਜਦੋਂ ਤੇਰੇ ਅੰਦਰ ਇਹ ਗੁਣ ਆ ਗਿਆ ਨਾ ਇੱਕ ਓੰਕਾਰ ਵਾਲਾ, ਤੇਰੇ ਅੰਦਰੋਂ ਸਾਰਾ ਕੁਝ ਨਿਕਲ ਜਾਵੇਗਾ। ਚਾਰੇ ਪਾਸੇ ਹਰ ਬੰਦੇ ਨੂੰ ਦੇਖ ਕੇ ਬਾਹਰੋਂ ਨਹੀਂ ਫਿਰ ਤੂੰ ਦੇਖੇਗਾ, ਮਾਇਆ ਦੇ ਨਾਲ ਨਹੀਂ ਤੋਲੇਗਾ ਵੀ ਇਹ ਵੱਡਾ ਕਿ ਛੋਟਾ, ਇਹਦੀ ਕੋਠੀ ਵੱਡੀ, ਇਹਦੀ ਕਾਰ ਵੱਡੀ, ਇਹਦਾ ਅਹੁਦਾ ਵੱਡਾ। ਨਹੀਂ, ਅੰਦਰੋਂ ਵਿਚਾਰ ਕੀ ਹੈ, ਅੰਦਰੋਂ ਦੇਖਣਾ ਆ ਜਾਵੇਗਾ। ਜਦੋਂ ਇਹ ਸੁਰਤੀ ਬਿਰਤੀ ਤੱਕ ਪਹੁੰਚ ਗਿਆ, ਜਦੋਂ ਇੱਕ ਓੰਕਾਰ ਦਾ ਗੁਣ ਸਿੱਖ ਦੇ ਵਿੱਚ ਆ ਗਿਆ ਜੀ, ਸਤਨਾਮ, ਉਹ ਸਿੱਖ ਸੱਚ ਬੋਲਣ ਲੱਗ ਜਾਵੇਗਾ। ਉਹਦੇ ਅੰਦਰ ਨਾਮ, ਉਹਦੇ ਅੰਦਰ ਆਤਮਿਕ ਗਿਆਨ ਆ ਜਾਵੇਗਾ। ਉਹ ਹਰ ਸਵਾਸ ਦੇ ਨਾਲ ਪ੍ਰਮਾਤਮਾ ਦਾ ਅੰਦਰੋਂ ਹਰ ਸਵਾਸ ਦੇ ਨਾਲ ਥੈਂਕ ਯੂ, ਧੰਨਵਾਦ ਕਰਦਾ ਰਹੇਗਾ। ਉਹਨੂੰ ਪਤਾ ਲੱਗ ਜਾਵੇਗਾ ਕਿ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਮੈਨੂੰ ਬੁੱਕਲ ਦੇ ਵਿੱਚ ਲੈ ਕੇ ਮੇਰੇ ਸਵਾਸ ਚਲਾ ਰਹੇ ਆ, ਮੇਰਾ ਖਾਣਾ ਹਜਮ ਹੋ ਰਿਹਾ। ਉਹ ਸੱਚੇ ਨਾਮ ਨਾਲ ਜੁੜ ਜਾਵੇਗਾ, ਸੱਚ ਨਾਲ ਜੁੜ ਜਾਵੇਗਾ। ਉਹਦੇ ਕਾਰਜ ਕੰਮ ਆ ਉਹਦੇ ਸੱਚ ਵੱਲ ਨੂੰ ਚਲੇ ਜਾਣਗੇ, ਸੱਚ ਬੋਲਣ ਵਾਲਾ ਬਣ ਜਾਵੇਗਾ। ਕਰਤਾ ਪੁਰਖ, ਉਹ ਕ੍ਰੀਏਟਿਵ ਕੰਮ ਕਰੇਗਾ, ਉਹ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੇਗਾ, ਉਹ ਸਮਾਜ ਨੂੰ ਕੁਝ ਨਾ ਕੁਝ ਨਵਾਂ ਦੇਣ ਦੀ ਕੋਸ਼ਿਸ਼ ਕਰੇਗਾ। ਕੱਲ ਤੱਕ ਅਸੀਂ ਪੁਰਾਣੇ ਸੀ, ਰਾਤ ਗਈ ਬਾਤ ਗਈ, ਕੱਲ ਤੱਕ ਅਸੀਂ ਔਗਣਾ ਵਾਲੇ ਸੀ, ਅੱਜ ਪ੍ਰਕਿਰਤੀ ਨਵੀਂ ਆ, ਅੱਜ ਸਾਡੇ ਅੰਦਰ ਵੀ ਨਵੇਂ ਸੈੱਲ ਬਣੇ ਆ, ਅਸੀਂ ਵੀ ਨਵਾਂ ਗਿਆਨ ਲੈਣਾ, ਨਵਾਂ ਸਿੱਖਣਾ, ਨਵੇਂ ਗੁਣ ਆਪਣੇ ਅੰਦਰ ਪੈਦਾ ਕਰਨੇ ਆ। ਫਿਰ ਮਨੁੱਖ ਦੇ ਅੰਦਰ ਇਹ ਜਿਹੜਾ ਹੈ ਚਾਓ ਪੈਦਾ ਹੋਣਾ ਸ਼ੁਰੂ ਹੋ ਜਾਂਦਾ, ਜਦੋਂ ਇਹ ਕਰਤਾ ਪੁਰਖ ਵਾਲਾ ਗੁਣ ਮਨੁੱਖ ਦੇ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਹੈ। ਫਿਰ ਉਸ ਤੋਂ ਅੱਗੇ ਹੈ ਨਿਰਭਉ। ਉਹ ਮਨੁੱਖ ਮਾੜੀਆਂ ਮੋਟੀਆਂ ਗੱਲਾਂ ਤੋਂ ਡਰਦਾ ਨਹੀਂ ਹੈ। ਉਹ ਕਰਮ ਕਾਂਡਾਂ ਦੇ ਵਿੱਚ ਸਾਨੂੰ ਡਰਾ ਕੇ ਹੀ ਲੁੱਟਿਆ ਜਾਂਦਾ ਹੈ। ਉਹ ਮਨੁੱਖ ਨਿਰਭਉ ਹੋ ਜਾਂਦਾ। ਉਹ ਪ੍ਰਮਾਤਮਾ ਅਕਾਲ ਪੁਰਖ ਦੇ ਨਾਲ ਤਾਰ ਜਿਹਦੀ ਜੁੜ ਜਾਂਦੀ ਹੈ, ਉਹ ਛੋਟੀਆਂ ਮੋਟੀਆਂ ਚੀਜ਼ਾਂ ਤੋਂ, ਟੂਣੇ ਟਾਮਣਾ ਤੋਂ, ਜੇਬੋ ਤੋਂ ਉਹਦਾ ਡਾਰਾ ਜਿਹੜਾ ਖਤਮ ਹੋ ਜਾਂਦਾ, ਨਿਰਭਉ ਹੋ ਜਾਂਦਾ ਹੈ ਜੀ। ਨਿਰਵੈਰ, ਜਿਹਦੇ ਅੰਦਰ ਪ੍ਰਮਾਤਮਾ ਵਾਲਾ ਗੁਣ ਆ ਜਾਂਦਾ ਹੈ, ਉਹ ਨਿਰਵੈਰ ਹੋ ਜਾਂਦਾ। ਉਹਦਾ ਵੈਰ ਨਹੀਂ ਕਿਸੇ ਦੇ ਨਾਲ ਰਹਿੰਦਾ। ਲੋਕ ਉਸ ਰਸਤੇ ਤੇ, ਸੱਚ ਦੇ ਰਸਤੇ ਤੇ ਚੱਲਦੇ, ਜਿਵੇਂ ਸਾਡੇ ਗੁਰੂ ਸਾਹਿਬਾਨਾਂ ਦੇ ਨਾਲ ਹੋਇਆ, ਜਿਵੇਂ ਸਾਡੇ ਪ੍ਰਾਤਮ ਸਿੱਖਾਂ ਦੇ ਨਾਲ ਹੋਇਆ। ਲੋਕ ਬਿਆਰੀਵਾਦ ਡਹਿਣ ਲੱਗ ਜਾਂਦਾ, ਪਰ ਉਸ ਵਿਅਕਤੀ ਦਾ, ਉਸ ਸਿੱਖ ਦਾ ਕਿਸੇ ਦੇ ਨਾਲ ਬੈਰ ਨਹੀਂ ਰਹਿੰਦਾ। ਜਿਹੜਾ ਗੁਰਬਾਣੀ ਮੁਤਾਬਕ ਚੱਲ ਪੈਂਦਾ, ਜਿਹੜਾ ਸੱਚ ਦੀ ਗੱਲ ਕਰਨ ਲੱਗ ਜਾਂਦਾ, ਉਹਦਾ ਬੈਰ ਵਿਰੋਧ ਨਹੀਂ ਰਹਿੰਦਾ, ਉਹ ਪਾਰਟੀਬਾਜ਼ੀ ਵਿੱਚ ਨਹੀਂ ਰਹਿੰਦਾ ਜੀ। ਅਕਾਲ ਮੂਰਤ, ਤੇ ਜਦੋਂ ਫਿਰ ਤਿੰਨਾਂ ਗੁਣਾਂ ਦੇ ਵਿੱਚ ਆ, ਅਸੀਂ ਕਾਲ ਦੇ ਵਿੱਚ ਆ, ਉਹਦੀ ਮਨੁੱਖ ਦੀ ਹਸਤੀ ਹੈ ਜਿਹੜੀ, ਗੁਰਮੁਖ ਦੀ ਅਵਸਥਾ ਕੀ ਹੈ, ਇੱਕ ਸਿੱਖ ਦੀ ਅਵਸਥਾ ਕੀ ਹੈ। ਇੱਕ ਸਿੱਖ ਜਦੋਂ ਗੁਰਬਾਣੀ ਨਾਲ ਜੁੜ ਜਾਂਦਾ, ਉਹ ਅਕਾਲ ਨਾਲ ਜੁੜ ਜਾਂਦਾ। ਉਹਦੀ ਮੂਰਤਾ, ਉਹਦੀ ਹਸਤੀ ਅਕਾਲ ਵਾਲੀ ਹੋ ਜਾਂਦੀ ਹੈ। ਉਹ ਜੰਮਣ ਮਰਨ ਤੋਂ ਮੁਕਤ ਹੋ ਜਾਂਦਾ, ਉਹ ਸਰੀਰ ਤੋਂ ਉੱਪਰ ਹੋ ਜਾਂਦਾ ਹੈ। ਉਹਦੀ ਆਤਮਾ ਪ੍ਰਮਾਤਮਾ ਦੇ ਵਿੱਚ ਮਿਲ ਜਾਂਦੀ ਹੈ। ਅਜੂਨੀ, ਫਿਰ ਉਹ ਜੂਨਾਂ ਦੇ ਵਿੱਚ ਨਹੀਂ ਭਟਕਦਾ। ਜਿਉਂਦਾ ਹੀ ਮਨੁੱਖ ਆਪਣਾ ਹੱਥੀਂ ਆਪਣਾ ਆਪੇ ਕਾਜ ਸਵਾਰ ਕੇ ਜਾਂਦਾ, ਉਹ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ। ਸੈ ਭੰ, ਉਸ ਮਨੁੱਖ ਦੇ ਅੰਦਰੋਂ ਜਿਹੜਾ ਗੁਰਬਾਣੀ ਦੇ ਨਾਲ ਜੁੜ ਜਾਂਦਾ, ਸੈ ਭੰ, ਆਪਣੇ ਅੰਦਰੋਂ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ, ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਸਾਰਾ ਗੁਣ ਆਉਂਦੇ ਕਿਵੇਂ ਆ, ਕਿਵੇਂ ਮਨੁੱਖ ਚੰਗਾ ਬਣਦਾ, ਕਿਵੇਂ ਅੰਦਰੋਂ ਇਹ ਪ੍ਰਕਾਸ਼ ਹੁੰਦਾ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ, ਗੁਰਬਾਣੀ ਦੇ ਨਾਲ ਜੁੜਨਾ ਸਾਨੂੰ ਬਹੁਤ ਜ਼ਰੂਰੀ ਹੈ। ਇੱਕ ਅਖੀਰਲੀ ਉਦਾਹਰਨ, ਜਿਵੇਂ ਨਲਕਾ ਲਾਉਣ ਵੇਲੇ ਪਹਿਲਾਂ ਸਾਨੂੰ ਮਿਹਨਤ ਕਰਨੀ ਪੈਂਦੀ ਹੈ, ਜਦੋਂ ਅੰਦਰੋਂ ਪਾਣੀ ਚੱਕ ਲੈਂਦਾ ਜਿੰਨਾ ਮਰਜ਼ੀ ਕੱਢੀ ਜਾਈਏ, ਇਸੇ ਤਰ੍ਹਾਂ ਗਿਆਨ, ਧਿਆਨ, ਗੁਣ ਸਾਰਾ ਕੁਝ ਮਨੁੱਖ ਦੇ ਅੰਦਰ ਪਿਆ, ਪਰਮਾਤਮਾ ਨੇ ਭਰ ਕੇ ਭੇਜਿਆ। ਬਾਹਰੋਂ ਗਿਆਨ ਪਾਈਏ, ਗੁਰਬਾਣੀ ਨਾਲ ਜੁੜੀਏ, ਤੇ ਅੰਦਰੋਂ ਜਦੋਂ ਇਹ ਚੱਕ ਲਿਆ, ਫਿਰ ਆਪਣੇ ਆਪ ਹੀ ਇਹ ਗੁਰਬਾਣੀ ਹੈ ਜਿਹੜੀ ਅਨਾਰ ਦੇ ਵਾਂਗੂ ਚੱਲੇਗੀ। ਫਿਰ ਕਿਸੇ ਨਾਲ ਬੈਰ ਵਿਰੋਧ ਤੇ ਜਿਹੜੀ ਆਹ ਗੱਲਬਾਤ ਅਗਲਾ ਕਰਨਾ, ਅਗਲਾ ਕਹਿੰਦਾ ਠੀਕ ਆ ਭਾਈ, ਜਿਵੇਂ ਤੈਨੂੰ ਸਮਝ ਲੱਗੀ ਉਵੇਂ ਦੇਖ ਲੈ, ਜਿਵੇਂ ਮੈਨੂੰ ਸਮਝ ਲੱਗੀ ਮੈਂ ਦੇਖ ਲੈਣਾ। ਤੇ ਫਿਰ ਉਹਦੀ ਸਮਝ ਵੱਧ ਜਾਵੇਗੀ, ਉੱਚਾ ਹੋ ਜਾਵੇਗਾ, ਉਹ ਜਿਉਂਦਾ ਹੀ ਮੁਕਤ ਹੋ ਜਾਵੇਗਾ। ਇਹ ਲਾਭ ਆ ਭਾਈ ਗੁਰਬਾਣੀ ਦੇ ਨਾਲ ਜੁੜਨ ਦਾ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਗੁਰਮੁਖ ਪਿਆਰਿਓ, ਬਹੁਤ ਵੱਡਾ ਖਜ਼ਾਨਾ ਗਿਆਨ ਦਾ, ਆਤਮਿਕ ਗਿਆਨ ਦਾ ਖਜ਼ਾਨਾ ਕਿਹਾ ਜਾਂਦਾ। ਆਪ ਵੀ ਗੁਰਬਾਣੀ ਦੇ ਨਾਲ ਜੁੜੀਏ, ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੀਏ। ਖੁਸ਼ ਰਹੋ, ਆਬਾਦ ਰਹੋ, ਜ਼ਿੰਦਗੀ ਜਿੰਦਾਬਾਦ।
ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।